कोई भी राजनीतिक पार्टी कोई भी नेता आवे गल्लां ही है सिगना लारे हरेक को लाउंदा काम कोई नहीं करता। ਇੱਥੇ ਉਹ ਸੁਭਾਵਾਂ ਜਾਂ ਲਾਇਬ੍ਰੇਰੀਆਂ ਨਹੀਂ ਬਣੀਆਂ ਗਲੀਆਂ ਨਾਲੀਆਂ ਤਾਂ ਨੌਜਵਾਨ ਸਟਰੋਂਗ ਹੋਣਗੇ ਇਹਨਾਂ ਦੇ ਕੋਲ ਆਰਥਿਕ ਸਾਧਨ ਤੇ ਕਾਬਜ ਹੋਣਗੇ ਤੇ ਆਪਣੇ ਆਪ ਕਰਵਾ ਲੈਣਗੇ। ਗਰੀਬ ਹੋਰ ਗਰੀਬ ਹੁੰਦਾ ਜਾ ਰਿਹਾ ਅਮੀਰ ਆ ਅਮੀਰ ਹੁੰਦਾ ਜਾ ਰਿਹਾ। ਆਰਥਿਕ ਤੌਰ ਤੇ ਜਿਹੜੀ ਕੌਮ ਸੰਪੰਨ ਸੀਗੀ ਉਹਨਾਂ ਨੇ ਰਾਜ ਕੀਤਾ, ਜਿਹੜੀ ਆਰਥਿਕ ਤੌਰ ਤੇ ਡਾਊਨ ਆ ਉਹਨਾਂ ਨੂੰ ਗੁਲਾਮ ਬਣਾਇਆ ਗਿਆ। ਸਿੱਧੀ ਜੀ ਗੱਲ ਆ, ਉਹ ਉਸ ਤਰੀਕੇ ਦੇ ਵਿਕਾਸ ਸਿਰਫ ਦਿਖਾਉਣ ਨੂੰ ਨੇ, ਹੋਰ ਵਿਕਾਸ ਉਸ ਤਰੀਕੇ ਦੇ ਹੈ ਨਹੀਂ। ਕਦੀ ਹੋ ਸਕਦਾ ਵੀ ਇੱਥੋਂ ਦੀ ਪਾਈਪਲਾਈਨ ਪੈ ਜਾਊਗੀ ਅੱਜ ਜੀ ਕਹ ਰਹੇ 70 ਸਾਲ ਦਾ ਵਿਕਾਸ ਹੈ 70 ਸਾਲ ਤਾਂ ਨਹੀਂ 50 ਦਾ ਮੰਨ ਲਓ ਚੱਲਦਾ ਉਦੋਂ ਦਾ ਤੇ ਬਾਕੀ ਹੁਣ 50 ਸਾਲਾਂ 'ਚ ਕੀ ਕੀਤਾ ਕਿਸੇ ਨੇ। ਜਿਹੜੀ ਮਰਜ਼ੀ ਸਰਕਾਰ ਆ ਜਾਵੇ ਜਿਹੜੇ ਮੋਹਰੀ ਆ ਉਹਨਾਂ ਨੇ ਖਾਣਾ ਆ ਬਸ। ਕੂੜੇ ਦਾ ਕੋਈ ਸਮਾਧਾਨ ਨਹੀਂ, ਕਿਸੇ ਖੇਤ ਨਾਲ ਲੱਗ ਜਾਂਦਾ, ਕਿਤੇ ਕੋਈ ਕਿਸੇ ਨਾਲ ਰਾਤ ਬਰਾਤੇ ਬੁੜੀਆਂ ਚੋਰੀ ਛਿੱਪੇ ਸੱਟ ਕੇ ਆਉਂਦੀਆਂ ਵੀ ਕੋਈ ਜ਼ਿਮੀਂਦਾਰ ਸਾਨੂੰ ਨਾ ਫੜ ਲੈ। ਜੇਕਰ ਗੱਲਾਂ ਕਰਕੇ ਜੀ ਮੈਂ ਆਹ ਕੁਛ ਕਰਦਾ ਆ, ਜਦੋਂ ਜਿੱਤ ਜਾਂਦੇ ਨੇ ਫਿਰ ਸਮੀਕਰਨ ਹੀ ਬਦਲ ਜਾਂਦੇ ਨੇ। 100% ਦੇ ਵਿੱਚੋਂ ਜੇ 1% ਵੀ ਆਪਾਂ ਕਹਿ ਲਈਏ ਵੀ ਕਿਸੇ ਕੋਲ ਕੋਈ ਗਵਰਨਮੈਂਟ ਸੈਕਟਰ ਦੇ ਵਿੱਚ ਜੌਬ ਹੈ ਤਾਂ ਨਹੀਂ ਹੈ। ਵੀ ਅਸੀਂ ਆਹ ਕਰ ਦਾਂਗੇ, ਫੋਕੇ ਨਾਅਰੇਬਾਜ਼ੀ, ਫੋਕੀ ਬੱਲੇ ਬੱਲੇ ਆ, ਹੋਰ ਕੁਛ ਨਹੀਂ। ਬੇਰੁਜ਼ਗਾਰੀ ਜਿਹੜੀ ਇੰਨੀ ਕੁ ਵੱਧ ਗਈ ਆ, ਲੋਕਾਂ ਦੇ ਜਾਣੀ ਕਿ ਘਰ ਜਿਹੜੇ ਆ ਬਿਲਕੁਲ ਹੀ ਇਦਾਂ ਬੈਠੇ ਆ ਸਾਰੇ, ਕਿਸੇ ਦੇ ਕੋਲ ਕੰਮ ਨਹੀਂ ਹੈ। ਲੋਕੀ ਘਰੋਂ ਘਰੀ ਬਸ ਉਹਨਾਂ ਨੂੰ ਬਸ ਆਟਾ ਦਾਲ ਦੇ ਕੇ ਤੇ ਬਸ ਲਾਰੇ ਲਾਈ ਜਾਂਦੇ ਆ। ਸਕੂਲ ਬੰਦ ਪਏ ਨੇ, ਐਜੂਕੇਸ਼ਨ ਦਾ ਮਿਆਰ ਥੱਲੇ ਨੂੰ ਸੁੱਟ ਰਹੇ ਨੇ। ਕਾਹਦੇ ਵਾਸਤੇ? ਸਿਰਫ ਇਸੇ ਕਰਕੇ ਵੀ ਜੇ ਪੜ੍ਹ ਗਿਆ ਇਹਨੀ ਜੌਬਸ ਮੰਗਣੀਆਂ। ਦਿਹਾੜੀ ਚੱਲਦੀ ਆ ਨਰੇਗਾ ਵਾਲਿਆਂ ਦੀ 190 ਨੂੰ ਕੀ ਕਰੂਗਾ? ਜਿਹੜੇ ਬੰਦੇ 10 ਜੀ ਖਾਣ ਵਾਲੇ ਆ 190 ਨੂੰ ਕੀ ਕਰੂਗਾ? ਸਾਨੂੰ ਨਾ ਕੋਈ ਦਾਣੇ ਚਾਹੀਦੇ ਨਾ ਕੋਈ ਸਕੀਮ ਚਾਹੀਦੀ ਆ, ਸਾਨੂੰ ਚਾਹੀਦੀ ਨੌਕਰੀ ਘਰ ਪਰਤੀ। ਜੇ ਆਪਾਂ ਇੰਡੀਆ ਦੀ ਗੱਲ ਕਰੀਏ ਤਾਂ ਇੱਥੇ ਕਹਿੰਦੇ ਇੰਨਾ ਪੈਸਾ ਜਮ੍ਹਾਂ ਕਰੋ ਤੇ ਤੁਹਾਡੇ ਪੇਸ਼ੈਂਟ ਨੂੰ ਅਸੀਂ ਹੱਥ ਪਾਈਏ ਤੇ ਟ੍ਰੀਟਮੈਂਟ ਸ਼ੁਰੂ ਕਰੀਏ। ਸਤਿ ਸ੍ਰੀ ਅਕਾਲ, ਵਿਜ਼ਨ ਪੰਜਾਬ ਟੀਵੀ ਵੇਖ ਰਹੇ ਹੋ ਤੁਸੀਂ। ਮੈਂ ਸਤਵਿੰਦਰ ਸਿੰਘ ਰੰਧਾਵਾ। 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਕੁਝ ਦਿਨ ਰਹਿ ਗਏ ਨੇ। ਚੋਣ ਪ੍ਰਚਾਰ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦਾ ਲਗਾਤਾਰ ਜਾਰੀ ਹੈ ਤੇ ਸਾਡੇ ਵੱਲੋਂ ਉਪਰਾਲਾ ਇਹ ਕੀਤਾ ਜਾ ਰਿਹਾ ਹੈ ਕਿ ਅਸੀਂ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨਾਲ ਰਾਬਤਾ ਕਾਇਮ ਕਰ ਰਹੇ ਹਾਂ, ਲੋਕਾਂ ਤੋਂ ਜਾਣ ਰਹੇ ਹਾਂ ਕਿ ਚੋਣਾਂ ਦੇ ਵਿੱਚ ਅਸਲ ਮੁੱਦੇ ਕੀ ਹੋਣੇ ਚਾਹੀਦੇ ਨੇ, ਕਿਹੜੇ ਮੁੱਦਿਆਂ ਦੇ ਉੱਤੇ ਜਿਹੜੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰ ਨੇ ਉਹ ਵੋਟਾਂ ਮੰਗਣ ਆ ਰਹੇ ਨੇ ਤੇ ਅਸਲ ਮੁੱਦੇ ਕੀ ਨੇ। ਸੋ ਅੱਜ ਵਿਜ਼ਨ ਪੰਚਾਇਤ ਲੱਗੀ ਹੈ, ਹਲਕਾ ਆਦਮਪੁਰ, ਪਿੰਡ ਨੰਗਲ ਸਲਾਲਾ ਵਿਖੇ ਨੌਜਵਾਨ ਖੜੇ ਨੇ। ਗੱਲਬਾਤ ਇਹਨਾਂ ਤੋਂ ਸ਼ੁਰੂਆਤ ਕਰਦੇ ਹਾਂ ਕਿ ਅਸਲ ਦੇ ਵਿੱਚ ਜਿਹੜੇ ਰਾਜਨੀਤੀ ਕਰਦੇ ਨੇ, ਰਾਜਨੇਤਾ ਆਉਂਦੇ ਨੇ, ਉਹ ਕੰਮ ਕਰਦੇ ਵੀ ਨੇ ਸਿਰਫ ਗੱਲਾਂ ਹੀ ਨੇ। ਬਾਈ ਜੀ ਤੁਹਾਡਾ ਕੀ ਨਾਂ ਹੈ? ਭਾਜੀ ਕੋਈ ਵੀ ਰਾਜਨੀਤਿਕ ਪਾर्टी कोई भी नेता आवे गल्लां ही है सिगना लारे हरेक को लाउंदा काम कोई नहीं करता। ਸੋ ਕੀ ਲੱਗਦਾ ਹੈ ਕੀ ਮੁੱਦੇ ਹੋਣੇ ਚਾਹੀਦੇ ਨੇ ਅੱਜ ਦੀ ਤਰੀਕ ਦੇ ਵਿੱਚ? ਨੌਜਵਾਨ ਘਰ ਬੈਠਾ, ਸਿਹਤ ਸਹੂਲਤਾਂ ਨੂੰ ਦੇਖ ਲਈਏ ਉਹ ਨਹੀਂ ਮਿਲ ਰਹੀਆਂ, ਸਿੱਖਿਆ ਉਹ ਵੇਖ ਲਈਏ ਸਿਰਫ ਕਲਰ ਕੀਤੇ ਜਾ ਰਹੇ ਨੇ ਸਕੂਲਾਂ ਨੂੰ, ਸਿੱਖਿਆ ਦਾ ਮਿਆਰ ਨਹੀਂ ਉੱਚਾ ਹੋ ਰਿਹਾ। ਭਾਜੀ ਸਿੱਖਿਆ ਦਾ ਮਿਆਰ ਤਾਂ ਬਿਲਕੁਲ ਥੱਲੇ ਡਿੱਗ ਰਿਹਾ, ਠੀਕ ਹੈ ਨਾ। ਪ੍ਰਾਈਵੇਟੇਸ਼ਨ ਹੈ, ਲਾ ਲਓ ਵੀ ਜਿਹੜੀ ਸਿੱਖਿਆ ਉਹਦਾ ਨਿੱਜੀਕਰਨ ਹੋ ਚੁੱਕਾ, ਠੀਕ ਹੈ ਨਾ। ਬੇਰੁਜ਼ਗਾਰੀ ਆ ਉਹ ਤੁਸੀਂ ਦੇਖ ਲਓ, ਮਹਿੰਗਾਈ ਆ, ਗਰੀਬ ਹੋਰ ਗਰੀਬ ਹੁੰਦਾ ਜਾ ਰਿਹਾ, ਅਮੀਰ ਆ ਅਮੀਰ ਹੁੰਦਾ ਜਾ ਰਿਹਾ ਹੈ। ਹਾਂਜੀ, ਸੋ ਬਦਲਾਅ ਕਿਸ ਤਰ੍ਹਾਂ ਆ ਸਕਦਾ ਹੈ, ਕਿਵੇਂ? ਕਿਉਂਕਿ ਹੁਣ ਅਸੀਂ ਵੇਖਦੇ ਹਾਂ ਕਿ 5 ਸਾਲ ਬਾਅਦ ਚੋਣਾਂ ਜਿੱਤਣ ਤੋਂ ਬਾਅਦ ਜਿਹੜਾ ਉਮੀਦਵਾਰ ਹੁੰਦਾ ਆਪਣੇ ਹਲਕੇ ਦਾ ਹਾਲ ਹੀ ਨਹੀਂ ਪੁੱਛਦਾ ਹੈਗਾ ਉਹ। ਭਾਜੀ ਦੇਖੋ ਉਮੀਦਵਾਰ ਜਿਹੜਾ ਕੋਈ ਵੀ ਆਊਗਾ, ਠੀਕ ਹੈ ਨਾ, ਸਾਨੂੰ ਤਾਂ ਵੀ ਇਮਾਨਦਾਰ ਉਮੀਦਵਾਰ ਹੋਵੇ ਤੇ ਸਾਡੇ ਇਲਾਕੇ ਦਾ ਵਿਕਾਸ ਕਰੇ, ਉਹੀ ਸਾਨੂੰ ਉਮੀਦਵਾਰ ਚਾਹੀਦਾ। ਤੁਹਾਡਾ ਕੀ ਨਾਮ ਬਾਈ ਜੀ? मेरा नाम काशदेव जी। ਕੀ ਕਰਦੇ ਹੋ ਜੀ ਤੁਸੀਂ? मैं रिलायंस जियो ਵਿੱਚ ਟੈਲੀਕਾਮ ਕੰਪਨੀ। ਸੋ ਸਰਕਾਰ ਦੀ ਦਿੱਤੀਆਂ ਨੌਕਰੀਆਂ ਮਿਲ ਗਈਆਂ ਨੇ? नहीं सर, ਮਿਲੀਆਂ ਨਹੀਂ। नहीं जी, ਨਾਲੇ ਕਹਿੰਦੇ ਨੌਕਰੀਆਂ ਦੇ ਦਿੱਤੀਆਂ ਨੇ। नहीं सर, मैंने कोई नौकरी नहीं, प्राइवेट ही सर अपनी कंपनी अपने बिहाफ ਤੇ डिपेंडेंट कर रहे हैं सर। ਆਪਣਾ ਜ਼ੋਰ ਲਾ ਕੇ ਨੌਕਰੀ ਕੀਤੀ ਆ ਉਹ ਵੀ ਪ੍ਰਾਈਵੇਟ? जी सर। ਫਿਰ ਝੂਠ ਬੋਲਦੇ ਨੇ ਸਿਆਸਤ? हाँ जी बिल्कुल जी। ਕੀ ਲੱਗਦਾ ਕਿਹੜੇ ਮੁੱਦਿਆਂ ਤੇ ਚੋਣਾਂ ਹੋਣੀਆਂ ਚਾਹੀਦੀਆਂ ਨੇ? ਸਰ ਕਾਫੀ ਪਿੰਡਾਂ ਦੇ ਵਿਕਾਸ ਹੋਣੇ ਚਾਹੀਦੇ ਆ, ਸਿੱਖਿਆ ਨੂੰ ਦੇਖਣਾ ਚਾਹੀਦਾ ਬੱਚਿਆਂ ਨੂੰ, ਕਿਉਂਕਿ ਸਾਡੇ ਜਿੰਨੇ ਬੱਚੇ ਪੜ੍ਹਨਗੇ ਉਨਾ ਸਾਡੇ ਦੇਸ਼ ਦਾ ਨਾਮ ਰੋਸ਼ਨ ਹੋਏਗਾ। ਤੇ ਹੋਰ ਵੀ ਇਦਾਂ ਦੇ ਕਾਫੀ ਜੋ ਬੇਰੁਜ਼ਗਾਰੀ ਦੇ ਉੱਪਰ ਕਰਨਾ ਦੇਖਣਾ ਚਾਹੀਦਾ ਜੀ। ਸੋ ਤੁਹਾਡਾ ਕੀ ਨਾਮ ਬਾਈ ਜੀ? ਰਣਜੀਤ ਸਿੰਘ। ਪਿੰਡ ਦੀ ਗੱਲ ਕਰ ਲੈਂਦੇ ਆ, ਪਿੰਡ ਦੇ ਵਿੱਚ ਵਿਕਾਸ ਹੋਇਆ ਪਿਛਲੇ 5 ਸਾਲ ਦੀ ਜੇਕਰ ਗੱਲ ਕੀਤੀ ਜਾਵੇ? ਪਿੰਡ ਦੇ ਵਿਕਾਸ ਦੇ ਵਿੱਚ ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਗਲੀਆਂ ਨਾਲੀਆਂ ਦੇ ਉੱਤੇ ਜ਼ੋਰ ਦਿੱਤਾ ਜਾਂਦਾ
ਜੇ ਕਿ ਗੱਲ ਕੀਤੀ ਜਾਵੇ ਕਿ ਅਸੀਂ ਵੀ ਆਵਾਜ਼ਾਂ ਉਠਾਉਂਦੇ ਰਹੇ, ਆਪਣੇ ਪਿੰਡ ਦੇ ਵਿੱਚ ਹੀ ਉਠਾਉਂਦੇ ਸੀ ਵੀ ਇੱਥੇ ਲਾਇਬ੍ਰੇਰੀ ਬਣਨੀ ਚਾਹੀਦੀ ਆ ਜਾਂ ਕੋਈ ਸਭਾਵਾਂ ਬਣਨੀਆਂ ਚਾਹੀਦੀਆਂ, ਨਾਟਕ ਕਰਮਚਾਰੀ ਹੋਣੇ ਚਾਹੀਦੇ ਆ, ਜਿਵੇਂ ਅਜਮੇਰ ਸਿੰਘ ਔਲਖ ਵਰਗੇ ਨੁੱਕੜ ਨਾਟਕ ਹੁੰਦੇ ਸੀ ਲੋਕਾਂ ਨੂੰ ਚੇਤਨ ਕਰਨ ਵਾਸਤੇ। ਉਹ ਚੀਜ਼ਾਂ ਦਾ ਜਾਣੀ ਕਿ ਨਿਘਾਰ ਹੋਇਆ, ਨਿਘਾਰ ਕੀ ਹੈਗੀਆਂ ਹੀ ਨਹੀਂ ਸੀ ਇੱਥੇ। ਮਾਲਵੇ ਦੇ ਵਿੱਚ ਕਿਤੇ ਨਾ ਕਿਤੇ ਜ਼ੋਰ ਸੀ, ਪਰ ਦੁਆਬੇ ਵਿੱਚ ਉਸ ਤਰੀਕੇ ਨਹੀਂ ਹੋਇਆ। ਮੰਗੂ ਰਾਮ ਆਲਮ ਵਰਗੇ ਸੀਗੇ ਜਿਹੜੇ ਲੋਕਾਂ ਨੂੰ ਸੁਚੇਤ ਕਰਦੇ ਸੀ, ਪਰ ਇੱਥੇ ਉਹ ਸਭਾਵਾਂ ਜਾਂ ਲਾਇਬ੍ਰੇਰੀਆਂ ਨਹੀਂ ਬਣੀਆਂ। ਗਲੀਆਂ ਨਾਲੀਆਂ ਤਾਂ ਨੌਜਵਾਨ ਸਟਰੋਂਗ ਹੋਣਗੇ, ਇਹਨਾਂ ਦੇ ਕੋਲ ਆਰਥਿਕ ਸਾਧਨ ਉੱਤੇ ਕਾਬਜ਼ ਹੋਣਗੇ ਤੇ ਆਪਣੇ ਆਪ ਕਰਵਾ ਲੈਣਗੇ, ਕੋਈ ਚੱਕਰ ਨਹੀਂ। ਪਰ ਇੱਥੋਂ ਦੇਖੋ 3 ਚੀਜ਼ਾਂ ਮਸਟ ਹੁੰਦੀਆਂ ਨੇ, ਕੁੱਲੀ ਗੁੱਲੀ ਜੁੱਲੀ ਲੋਕਾਂ ਦਾ ਹੈ ਨਾ, ਤੇ ਉਹ ਆਪਣਾ ਆਪ ਤਾਂ ਹੀ ਸਵਾਰ ਸਕਦੇ ਆ ਜੇਕਰ ਉਹ ਆਰਥਿਕ ਤੌਰ ਤੇ ਪਰਿਪੱਕ ਹੋਣਗੇ। ਲੋਕ ਆਰਥਿਕ ਤੌਰ ਤੇ ਪਰਿਪੱਕ ਹੀ ਹੈ ਨਹੀਂ। ਜੇ ਆਰਥਿਕ ਤੌਰ ਤੇ ਪਰਿਪੱਕ ਹੋਣਗੇ ਉਹ ਆਪਣੇ ਕਿਉਂਕਿ ਜਿੰਨਾ ਚਿਰ ਆਰਥਿਕ ਤੌਰ ਤੇ ਜਿਹੜੀ ਕੌਮ ਸੰਪੰਨ ਸੀਗੀ ਉਹਨਾਂ ਨੇ ਰਾਜ ਕੀਤਾ, ਜਿਹੜੀ ਆਰਥਿਕ ਤੌਰ ਤੇ ਡਾਊਨ ਆ ਉਹਨਾਂ ਨੂੰ ਗੁਲਾਮ ਬਣਾਇਆ ਗਿਆ। ਸਿੱਧੀ ਜੀ ਗੱਲ ਆ। ਉਹ ਉਸ ਤਰੀਕੇ ਦੇ ਵਿਕਾਸ ਸਿਰਫ ਦਿਖਾਉਣ ਨੂੰ ਨੇ, ਹੋਰ ਵਿਕਾਸ ਉਸ ਤਰੀਕੇ ਦੇ ਹੈ ਨਹੀਂ। ਕਹਿੰਦੇ ਮੈਂ ਪਿੰਡਾਂ ਦੇ ਵਿੱਚ ਘੁੰਮ ਰਿਹਾ, ਕਹਿੰਦੇ ਗਲੀਆਂ ਨਾਲੀਆਂ ਤੱਕ ਸੀਮਤ ਰਹਿ ਗਿਆ ਵਿਕਾਸ। ਕਹਿੰਦੇ ਗਲੀਆਂ ਬਣ ਗਈਆਂ, ਨਾਲੀਆਂ ਬਣ ਗਈਆਂ, ਚਲੋ ਜੀ ਬੱਲੇ ਬੱਲੇ ਆ, ਬਹੁਤ ਵਧੀਆ ਕੰਮ ਕਰਾ ਦਿੱਤੇ ਨੇ, ਬਸ ਇੱਥੋਂ ਤੱਕ ਸੀਮਤ ਆ ਵਿਕਾਸ। ਸਾਡੇ ਤੋਂ ਵੀ ਥੱਲੇ ਹੀ ਆ। ਅੱਜ ਤੋਂ ਤੁਹਾਡਾ ਕਿੰਨਾ ਹੈ ਜੀ? ਆਹ ਦੇਖ ਲਓ ਹਾਲ, ਸਾਡੇ ਤੋਂ ਵੀ ਮੈਂ ਕਿਹਾ ਥੱਲੇ ਹੀ ਆ। ਗਲੀਆਂ ਨਾਲੀਆਂ ਵੀ ਨਹੀਂ ਬਣੀਆਂ। ਮੈਂ ਕਿਹਾ ਜੀ ਆਹ ਦੇਖ ਲਓ ਪਾਣੀ, ਪੂਰੇ ਪਿੰਡ ਦਾ ਪਾਣੀ ਇੱਥੋਂ ਦੀ ਕੱਢਦੇ ਆ। ਕਦੀ ਹੋ ਸਕਦਾ ਵੀ ਇੱਥੋਂ ਦੀ ਪਾਈਪਲਾਈਨ ਪੈ ਜਾਊਗੀ ਅੱਜ। ਭਾਈ ਜੀ ਕਹ ਰਹੇ 70 ਸਾਲ ਦਾ ਵਿਕਾਸ ਆ ਇਹ। 70 ਸਾਲ 70 ਦਾ ਨਹੀਂ 50 ਦਾ ਮੰਨ ਲਓ, ਚੱਲਦਾ ਉਦੋਂ ਦਾ ਹੀ। ਤੇ ਬਾਕੀ ਹੁਣ 50 ਸਾਲਾਂ 'ਚ ਕੀ ਕੀਤਾ ਕਿਸੇ ਨੇ? ਕੁਛ ਨਹੀਂ ਕੀਤਾ। ਜਿਹੜੀ ਮਰਜ਼ੀ ਸਰਕਾਰ ਆ ਜਾਵੇ, ਜਿਹੜੇ ਮੋਹਰੀ ਆ ਉਹਨਾਂ ਨੇ ਖਾਣਾ ਹੈ ਬਸ, ਚਾਹੇ ਉਹ ਕੋਈ ਵੀ ਆ। ਵਿਕਾਸ ਆਮ ਪਿੰਡਾਂ 'ਚ ਜਾ ਕੇ ਦੇਖ ਲਓ, ਕਿਤੇ ਪਾਣੀ ਦਾ ਘੁੱਟ ਨਹੀਂ ਜਿਹਦਾ। ਗਲੀਆਂ ਨਾਲੀਆਂ ਸਭ ਬਣੇ ਹੋ ਆ, ਰੋਡ ਬੈਠਣ ਨੂੰ ਬੈਂਚ ਇੱਥੋਂ ਤੱਕ ਕਿ ਪੂਰੇ ਪਿੰਡ ਦੇ ਵਿੱਚ ਗੇੜਾ ਕੱਢ ਕੇ ਦੇਖ ਲਓ, ਜੇ ਇੱਕ ਵੀ ਬੈਂਚ ਬੈਠਣ ਵਾਸਤੇ ਹੋਊਗਾ ਤਾਂ ਦੱਸ ਦਿਓ। ਦੇਖ ਰਿਹਾ ਸੀ ਇੱਥੇ ਇਸ ਪਿੰਡ ਦੇ ਵਿੱਚ, ਦੇਖ ਲਓ ਵੀ ਆ ਪੂਰੇ ਪਿੰਡ ਦੇ ਵਿੱਚ ਮੇਰਾ ਖਿਆਲ 50 ਬੈਂਚ ਲੱਗੇ ਹੋਣੇ ਆ। ਨਹੀਂ ਸੱਥ ਵੀ ਨਹੀਂ ਹੈਗੀ ਕਿਤੇ, ਕਿ ਮੈਂ ਦੇਖ ਰਿਹਾ ਸੀ, ਭਾਲ ਰਿਹਾ ਸੀ ਕਿ ਕਿਤੇ ਬਜ਼ੁਰਗ ਮਿਲ ਜਾਣ, ਮੈਨੂੰ ਨੌਜਵਾਨ ਮਿਲ ਜਾਣ ਜਿੱਥੇ ਮੈਂ ਗੱਲ ਕਰ ਸਕਾਂ। ਨਹੀਂ ਹੈ ਨਹੀਂ ਗਿਆ। ਕੂੜੇ ਦਾ ਸਮਾਧਾਨ ਨਹੀਂ ਹੈਗਾ, ਕੂੜੇ ਦਾ ਕੋਈ ਸਮਾਧਾਨ ਨਹੀਂ। ਕਿਸੇ ਖੇਤ ਨਾਲ ਲੱਗ ਜਾਂਦਾ, ਕੋਈ ਕਿਸੇ ਨਾਲ ਰਾਤ ਬਰਾਤੇ ਬੁੜੀਆਂ ਚੋਰੀ ਛਿੱਪੇ ਸਿੱਟ ਕੇ ਆਉਂਦੀਆਂ ਵੀ ਕੋਈ ਜ਼ਿਮੀਂਦਾਰ ਸਾਨੂੰ ਨਾ ਫੜ ਲੈ, ਸਾਨੂੰ ਕੋਈ ਗਾਲਾਂ ਨਾ ਕੱਢ ਦੇ, ਇੱਕ ਦੂਜੇ ਨਾਲ ਲੜਾਈ ਨਾ ਹੋ ਜਾਵੇ। ਜਗ੍ਹਾ ਹੈ ਨਹੀਂ ਕੂੜੇ ਸਿੱਟਣ ਵਾਸਤੇ। ਹੈ ਨਹੀਂ ਕੀ? ਬਿਲਕੁਲ ਹੈ ਨਹੀਂ ਸਰ, ਕਿਤੇ ਵੀ ਹੈ ਨਹੀਂ। ਠੀਕ ਕਿੱਦਾਂ ਹੋਣਗੇ ਇਹ ਕੰਮ ਸਾਰੇ? ਠੀਕ ਕਿੱਦਾਂ ਹੋਣੇ ਜੀ, ਆ ਕਹਿ ਦਿੰਦੇ ਆ ਸਾਰੀਆਂ ਸਰਕਾਰਾਂ, ਬਾਕੀ ਕਰਦਾ ਕੋਈ ਹੈ ਨਹੀਂਗਾ। ਐਮਐਲਏ ਹੋਣ ਚਾਹੇ ਲੀਡਰ ਹੋਵੇ, ਕੋਈ ਵੀ ਜਿਹੜਾ ਜਾਤੀ ਤੌਰ ਤੇ ਪਰਿਪੱਕ ਹੋਵੇ ਜਾਂ ਕੁਛ ਕਰਨ ਵਾਸਤੇ ਤਤਪਰ ਹੋਵੇ, ਉਹੀ ਕਰ ਸਕਦਾ ਕਿ ਮੈਂ ਕੁਛ ਕਰਨਾ। ਜੇਕਰ ਗੱਲਾਂ ਕਰਕੇ ਜੀ ਮੈਂ ਆਹ ਕੁਛ ਕਰਨਾ ਆ, ਜਦੋਂ ਜਿੱਤ ਜਾਂਦੇ ਨੇ ਫਿਰ ਸਮੀਕਰਨ ਹੀ ਬਦਲ ਜਾਂਦੇ ਨੇ, ਫਿਰ ਆਪਣੇ ਘਰਾਂ 'ਚੋਂ ਬਾਹਰ ਨਿਕਲਣਾ, ਜਿਵੇਂ ਹੱਥ ਜੋੜ ਕੇ ਹੁਣ ਆਉਣਾ ਵੀ ਅਸੀਂ ਆਹ ਕਰ ਦਾਂਗੇ, ਫੋਕੇ ਨਾਅਰੇਬਾਜ਼ੀ, ਫੋਕੀ ਬੱਲੇ ਬੱਲੇ ਆ, ਹੋਰ ਕੁਛ ਨਹੀਂ। ਬਾਈ ਜਿਵੇਂ ਅੱਜ ਦੀ ਤਰੀਕ ਦੇ ਵਿੱਚ ਚਿਹਰਿਆਂ ਦੀ ਰਾਜਨੀਤੀ ਹੋ ਰਹੀ ਹੈ, ਇਹ ਚਿਹਰਿਆਂ ਦੀ ਰਾਜਨੀਤੀ ਹੋਣੀ ਚਾਹੀਦੀ ਹੈ ਕਿ ਮੁੱਦਿਆਂ ਦੀ ਰਾਜਨੀਤੀ ਹੋਣੀ ਚਾਹੀਦੀ ਹੈ? ਦੇਖੋ ਜੀ, ਰਾਜਨੀਤੀ ਤਾਂ ਕੋਈ ਵੀ ਨਹੀਂ ਹੋਣੀ ਚਾਹੀਦੀ, ਕਿਉਂਕਿ ਪਿੰਡ ਦਾ ਵਿਕਾਸ ਹੈ ਤਾਂ ਪਿੰਡ ਦੇ ਖੁਸ਼ਹਾਲ ਆ ਤਾਂ ਸਾਰਾ ਕੁਝ ਹੀ ਠੀਕ ਆ। ਜੇ ਪਿੰਡ ਦੇ ਹੀ ਖੁਸ਼ਹਾਲ ਨੇਗੇ ਤਾਂ ਰਾਜਨੀਤੀ ਜਿਹੜਾ ਮਰਜ਼ੀ ਆਣ ਕੇ ਕਰੀ ਜਾਵੇ, ਕੋਈ ਮੁੱਦਾ। ਬਾਈ ਜੀ ਤੁਸੀਂ ਦੱਸ ਦਿਓ। ਚੱਕਦੇ ਆ ਜਦੋਂ ਇਹ ਮੁੱਦੇ ਵੀ ਚੱਕਦੇ ਆ ਤਾਂ ਮੁੱਦੇ ਸਿਰਫ ਇਹ ਕਾਗਜ਼ਾਂ ਦੇ ਵਿੱਚ ਹੀ ਰਹਿ ਜਾਂਦੇ ਆ। ਅੱਜ ਜਦੋਂ ਚੋਣਾਂ ਆਉਂਦੀਆਂ, ਇਲੈਕਸ਼ਨ ਆਉਂਦੀ ਆ ਤਾਂ ਚੋਣ ਮੈਨੀਫੈਸਟੋ ਜਾਰੀ ਕਰ ਦਿੰਦੇ ਆ, ਜਿਹੜਾ ਉਹਦੇ 'ਚ ਲਿਖਿਆ ਹੁੰਦਾ ਉਹ ਜਿੱਤਣ ਤੋਂ ਬਾਅਦ ਤਾਂ ਉਹ ਵੀ ਨਹੀਂ ਜਾਰੀ ਕਰਦੇ, ਉਹ ਵੀ ਨਹੀਂ ਸਾਹਮਣੇ ਆਉਂਦਾ ਵੀ ਜਾਣੀ ਕਿ ਅਸੀਂ ਉਹ ਵੀ ਪਿੰਡ ਦੇ ਵਿੱਚ ਜਾਂ ਆਪਣੇ ਇਲਾਕੇ ਦੇ ਵਿੱਚ ਜਾ ਕੇ ਅਸੀਂ ਉਹਨੂੰ ਵੀ ਪੂਰਨ ਤੌਰ ਤੇ ਜਾਣੀ ਕਿ ਆਪਣਾ ਅਪਲਾਈ ਕਰ ਸਕੀਏ। ਵੀ ਜਿਨ੍ਹਾਂ ਦੇ ਕੋਲੋਂ ਅਸੀਂ ਵੋਟਾਂ ਮੰਗਣ ਜਦੋਂ ਗਏ ਸੀਗੇ, ਜਦੋਂ ਅਸੀਂ ਉਹਨਾਂ ਦੇ ਕੋਲੋਂ ਮੰਗੀਆਂ ਸੀ ਜਿਹਦੇ ਸਿਰ ਤੇ ਵੀ ਅਸੀਂ ਆਹ ਕਰਾਂਗੇ, ਅਸੀਂ ਉਹ ਕਰਾਂਗੇ, ਉਹ ਵੀ ਨਹੀਂ ਪੂਰੇ ਲੋਕਾਂ ਤੱਕ ਪਹੁੰਚਦਾ। ਜਿਹੜੀ 100% ਮੈਨੀਫੈਸਟੋ ਜਾਰੀ ਕਰਕੇ ਉਹਦਾ 10% ਵੀ ਲੋਕਾਂ ਨੂੰ ਨਹੀਂ ਦੇ ਪਾਉਂਦੇ ਉਹ। ਅਸੀਂ ਤਾਂ ਇਹ ਚਾਹੁੰਦੇ ਆ ਵੀ ਜੇ ਜਾਣੀ ਕਿ ਇਲੈਕਸ਼ਨ ਹੁੰਦੀ ਆ, ਇਲੈਕਸ਼ਨ ਦੇ ਤੌਰ ਤੇ ਤੁਸੀਂ ਆਉਨੇ ਆ, ਪਿੰਡ ਦੇ ਵਿੱਚੋਂ ਤੁਸੀਂ ਵੋਟਾਂ ਮੰਗਣ ਆਉਨੇ ਹੋ, ਕਿਸੇ ਵੀ ਆਪਣੇ ਇਲਾਕੇ ਦੇ ਵਿੱਚ ਜਾਂਦੇ ਹੋ, ਤਾਂ ਤੁਸੀਂ ਉਹਨੂੰ ਥਿਓਰੈਟੀਕਲੀ ਕੁਝ ਹੋਰ ਤੇ ਪ੍ਰੈਕਟੀਕਲੀ ਕੁਝ ਹੋਰ ਕਰਨ ਦੀ ਬਜਾਏ ਉਹਦੀ ਆਪਣੀ ਥਿਊਰੀ ਸੇਮ ਰੱਖੋ। ਜੋ ਕਹਿੰਦੇ ਹੋ ਉਹਨੂੰ ਪ੍ਰੈਕਟੀਕਲੀ ਜਿੰਨਾ ਕਰ ਸਕਦੇ ਹੋ ਉਨਾ ਹੀ ਕਹੋ ਘੱਟੋ ਘੱਟ। ਐਵੇਂ ਸਾਡੇ ਲੋਕਾਂ ਨੂੰ ਉਲਝਾ ਕੇ, ਫਸਾ ਕੇ, ਆਲਾ ਦੁਆਲਾ ਬਸ ਉਧਰ ਹੀ ਕਮਾਈ ਜਾਂਦੇ ਨੇ। ਮੰਗ ਕਰਦੇ ਹੋ ਕਿ ਐਫੀਡੇਵਿਟ ਜਾਰੀ ਹੋਣਾ ਚਾਹੀਦਾ ਹੈ, ਜਿਹੜੇ ਵੀ ਮੈਨੀਫੈਸਟੋ ਹੋਣ, ਜੇਕਰ ਪੂਰੇ ਨਹੀਂ ਕਰਦੀ ਕੋਈ ਰਾਜਨੀਤਿਕ ਪਾਰਟੀ ਬਾਅਦ ਦੇ ਵਿੱਚ ਲੀਗਲ ਨੋਟਿਸ ਜਾਣਾ ਚਾਹੀਦਾ? ਬਿਲਕੁਲ ਜੀ, ਇਹ ਤਾਂ ਹੋਣਾ ਹੀ ਚਾਹੀਦਾ, ਕਿਉਂਕਿ ਹੁਣ ਤੁਸੀਂ ਤਕਰੀਬਨ ਇੱਥੇ ਦੇਖ ਲਓ ਆਲੇ ਦੁਆਲੇ ਜਿੰਨੇ ਵੀ ਨੌਜਵਾਨ ਨੇ ਸਾਰੇ ਤਕਰੀਬਨ ਬੇਰੁਜ਼ਗਾਰ ਨੇ। ਕੋਈ 100% ਵੀ 100% ਦੇ ਵਿੱਚੋਂ ਜੇ 1% ਵੀ ਆਪਾਂ ਕਹਿ ਲਈਏ ਵੀ ਕਿਸੇ ਕੋਲ ਕੋਈ ਗਵਰਨਮੈਂਟ ਸੈਕਟਰ ਦੇ ਵਿੱਚ ਜੌਬ ਹੈ ਤਾਂ ਨਹੀਂ ਹੈ। ਸਾਰੇ ਜੇ ਕੋਈ ਪ੍ਰਾਈਵੇਟ ਸੈਕਟਰ ਦੇ ਵਿੱਚ, ਹੁਣ ਅਸੀਂ ਖੁਦ ਪ੍ਰਾਈਵੇਟ ਸੈਕਟਰ ਦੇ ਵਿੱਚ ਜੌਬ ਕਰਦੇ ਸੀਗੇ, ਬਟ ਅਸੀਂ ਲੀਵ ਕਰ ਦਿੱਤੀ ਆ ਕਰੋਨਾ ਕਾਲ ਦੇ ਦੌਰਾਨ। ਉਹਦੇ ਬਾਅਦ ਜਦੋਂ ਅਸੀਂ ਜੌਬ ਦੁਬਾਰਾ ਲੱਭਦੇ ਹਾਂ ਤਾਂ ਜਾਣੀ ਕਿ ਪ੍ਰਾਈਵੇਟ ਸੈਕਟਰ ਇਹ ਕਹਿ ਰਿਹਾ ਵੀ ਜਿਹੜਾ ਪਹਿਲਾਂ ਸਾਡੇ ਕੋਲ ਸਟਾਫ ਸੀਗਾ ਅਸੀਂ ਉਹਨੂੰ ਹੀ ਸੈਲਰੀ ਅਸੀਂ ਦੇ ਰਹੇ ਹਾਂ, ਉਹਦੇ 'ਚ ਅਸੀਂ ਬਾਕੀਆਂ ਨੂੰ ਨਵਿਆਂ ਨੂੰ ਕਿੱਥੋਂ ਦੇਵਾਂਗੇ। ਮਤਲਬ ਜਿਹੜੇ ਪਹਿਲਾਂ ਕੰਮ ਤੇ ਲੱਗੇ ਹੋ ਸੀ ਉਹ ਵੀ ਬੰਦੇ ਘਰ ਬੈਠੇ ਆ, ਰੋਟੀ
ਦੁੱਖੋਂ ਤਾਂ ਪਹਿਲਾਂ ਹੀ ਲੋਕੀ ਜਾਣੀ ਕਿ ਔਖੇ ਹੋਏ ਵਾ। ਬੇਰੁਜ਼ਗਾਰੀ ਜਿਹੜੀ ਇੰਨੀ ਕੁ ਵੱਧ ਗਈ ਆ, ਲੋਕਾਂ ਦੇ ਜਾਣੀ ਕਿ ਘਰ ਜਿਹੜੇ ਆ ਬਿਲਕੁਲ ਹੀ ਇਦਾਂ ਬੈਠੇ ਆ ਸਾਰੇ, ਕਿਸੇ ਦੇ ਕੋਲ ਕੰਮ ਨਹੀਂ ਹੈ। ਲੋਕੀ ਘਰੋਂ ਘਰੀ ਬਸ ਉਹਨਾਂ ਨੂੰ ਬਸ ਆਟਾ ਦਾਲ ਦੇ ਕੇ ਤੇ ਬਸ ਲਾਰੇ ਲਾਈ ਜਾਂਦੇ ਆ। ਗੱਲ ਉਹੀ ਵੀ ਜਾਣੀ ਕਿ ਘਰ ਬੈਠੇ ਖਾਈ ਜਾਓ, ਨੌਕਰੀਆਂ ਨਾ ਮੰਗੋ। ਨਾਲੇ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਸੀਗੇ ਕਿ ਮੈਂ ਤਾਂ ਘਰ ਨੌਕਰੀ ਦੇਤੀ। ਨਹੀਂ, ਇਹ ਤਾਂ ਜਾਣੀ ਗੱਲਾਂ ਹੀ ਨੇ ਨਾ। ਮੈਂ ਉਹੀ ਗੱਲ ਤੁਹਾਨੂੰ ਕੀਤੀ ਵੀ ਮੈਨੀਫੈਸਟੋ ਜਿਹੜਾ ਜਾਰੀ ਕਰਦੇ ਆ, ਜਿਹੜਾ ਥਿਓਰੈਟੀਕਲੀ ਜਾਰੀ ਕਰਦੇ, ਪ੍ਰੈਕਟੀਕਲੀ ਉਹਦੇ ਤੇ 1% ਵੀ ਅਸਰ ਨਹੀਂ ਹੁੰਦਾ। ਇਹ ਬਸ ਹਵਾ 'ਚ ਕਹਿ ਦਿੰਦੇ। ਹੁਣ ਮੰਨ ਲਓ ਉਹਨਾਂ ਨੇ ਕਹਿ ਦਿੱਤਾ ਵੀ ਅਸੀਂ ਇੰਨੇ ਬੰਦੇ ਪੱਕੇ ਕਰ ਦਿੱਤੇ, ਹੁਣ ਇੱਥੇ ਅਸੀਂ ਪੁੱਛਾਂਗੇ, ਉਹਨੇ ਕਹਿਣਾ ਉਧਰ ਕਰ ਦਿੱਤੇ, ਉਧਰ ਵਾਲਿਆਂ ਨੇ ਪੁੱਛਣਾ, ਇਹ ਨਹੀਂ ਕਹਿਣਾ ਉਧਰ ਕਰ ਦਿੱਤੇ। ਸੱਚ ਕੌਣ ਮੰਨੇਗਾ? ਸਾਡੇ ਵਾਲੇ ਬੰਦਿਆਂ ਨੇ ਤਾਂ ਉਧਰ ਜਾ ਕੇ ਕਿਸੇ ਨੂੰ ਨਹੀਂ ਪੁੱਛਣਾ ਵੀ ਤੁਹਾਨੂੰ ਪੱਕੇ ਕੀਤਾ ਕਿ ਤੁਹਾਨੂੰ ਪੱਕੇ ਨਹੀਂ ਕੀਤਾ। ਗੱਲਾਂ ਹੀ ਘਮਾਉਂਦੇ ਨੇ, ਗੱਲਾਂ ਹੀ ਘਮਾਉਂਦੇ ਨੇ, ਇੱਧਰ ਵਾਲੀਆਂ ਉਧਰ, ਉਧਰ ਵਾਲੀਆਂ ਇੱਧਰ, ਤੇ ਸਾਡੇ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ। ਅਸੀਂ ਚਾਹੁੰਦੇ ਪ੍ਰੈਕਟੀਕਲੀ ਹਰ ਇੱਕ ਜਾਣੀ ਕਿ ਏਰੀਆ ਦੇ ਵਿੱਚ ਜਿਹੜਾ ਵੀ ਨੌਜਵਾਨ ਬੇਰੁਜ਼ਗਾਰ ਬੈਠਾ ਉਹਨੂੰ ਜੌਬਸ ਦਿੱਤੀਆਂ ਜਾਣ, ਉਹਨੂੰ ਸਹੂਲਤ ਪ੍ਰੋਵਾਈਡ ਕਰਾਈ ਜਾਵੇ, ਤਾਂ ਕਿ ਜਾਣੀ ਕਿ ਜਿੰਨੀ ਸਾਡੀ ਬੇਰੁਜ਼ਗਾਰੀ ਆ, ਲਿਟਰੇਸੀ ਦਾ ਦੌਰ ਵੀ ਜਿਹੜਾ ਆ ਮਿਆਰ ਥੱਲੇ ਨੂੰ ਆ ਰਿਹਾ। ਕਰੋਨਾ ਕਾਲ ਦੇ ਦੌਰਾਨ ਆ ਵੀ ਹੁਣ ਤੁਸੀਂ ਦੇਖ ਲਓ, ਸਾਰਾ ਕੁਝ ਚੱਲ ਰਿਹਾ, ਸਕੂਲ ਬੰਦ ਪਏ ਨੇ, ਐਜੂਕੇਸ਼ਨ ਦਾ ਮਿਆਰ ਥੱਲੇ ਨੂੰ ਸੁੱਟ ਰਹੇ ਨੇ। ਕਾਹਦੇ ਵਾਸਤੇ? ਸਿਰਫ ਇਸੇ ਕਰਕੇ ਵੀ ਜੇ ਪੜ੍ਹ ਗਿਆ ਇਹਨੀ ਜੌਬਸ ਮੰਗਣੀਆਂ। ਜਿਹੜੇ ਪਹਿਲੇ ਪੜ੍ਹੇ ਹੋ ਆ ਉਹ ਜੌਬਸ ਮੰਗ ਰਹੇ ਆ, ਉਹਨਾਂ ਕਰਕੇ ਰੌਲਾ ਪੈ ਰਿਹਾ। ਤੇ ਹੁਣ ਜਿਹੜੇ ਜਾਣੀ ਕਿ ਪੜ੍ਹ ਰਹੇ, ਜੇ ਪੜ੍ਹਨਗੇ ਤੇ ਉਹ ਜਾਣੀ ਕਿ ਜੌਬਸ ਦੁਬਾਰਾ ਫੇਰ ਮੰਗਣਗੇ, ਕਿਉਂਕਿ ਬੇਰੁਜ਼ਗਾਰੀ ਦੀ ਜਨਸੰਖਿਆ ਇਸੇ ਕਰਕੇ ਵੱਧ ਰਹੀ ਆ। ਨੌਜਵਾਨ ਪੜ੍ਹ ਕੇ ਸਕੂਲਾਂ ਤੋਂ ਬਾਹਰ ਆ ਰਹੇ ਨੇ। ਉਹ ਹੁਣ ਨਹੀਂ ਪੜ੍ਹਾਉਣੇ ਬੰਦ ਕਰ ਦਿਓ ਤੇ ਸਕੂਲ ਬੰਦ ਕਰ ਦਿਓ, ਨਾ ਕੋਈ ਪੜ੍ਹੇਗਾ ਤੇ ਨਾ ਕੋਈ ਅੱਗੇ ਅੜੇਗਾ, ਨਾ ਨੌਕਰੀ ਮੰਗੂਗਾ। ਅੱਜ ਤੁਸੀਂ ਆ ਤਕਰੀਬਨ ਪਿਛਲੇ 2 ਸਾਲ ਦੇ ਦੌਰ 'ਚ ਦੇਖ ਲਓ ਵੀ ਇੱਕ ਜਨਰੇਸ਼ਨ ਜਿਹੜੀ ਆ ਉਹਨੇ ਪਿੱਛੇ ਸਿੱਟ ਦਿੱਤੀ ਆ। ਇਹ ਜਨਰੇਸ਼ਨ ਗੈਪ ਜਿਹੜਾ ਆ, ਜਿੰਨਾ ਚਿਰ ਜਾਣੀ ਕਿ ਇਹਨਾਂ ਦੀ ਜ਼ਿੰਦਗੀ ਰਹੂਗੀ, ਇਹ ਗੈਪ ਨਹੀਂ ਕਲੀਅਰ ਹੋਣਾ। ਇਹ ਜਾਣੀ ਕਿ ਸਿਰਫ ਇੱਕ ਇਦਾਂ ਹੀ ਬਸ ਗੋਲੀਆਂ ਘੁਮਾਈ ਜਾਂਦੇ ਆ ਲੋਕਾਂ ਨੂੰ, ਬਸ ਇੱਧਰ ਨੂੰ ਉੱਧਰ, ਉੱਧਰ ਨੂੰ ਉੱਧਰ ਕਰੀ ਜਾਂਦੇ ਆ। ਬਟ ਜਾਣੀ ਕਿ ਮਿਲ ਕੁਛ ਨਹੀਂ ਰਿਹਾ, ਲੋਕੀ ਸਾਰੇ ਔਖੇ ਆ। ਘੱਟੋ ਘੱਟ ਜੌਬਸ ਤਾਂ ਪ੍ਰੋਵਾਈਡ ਕੀਤੀਆਂ ਜਾਣ, ਜਿਹੜੇ ਬੇਰੁਜ਼ਗਾਰ ਬੰਦੇ ਘੁੰਮ ਰਹੇ ਘੱਟੋ ਘੱਟ ਆਪਣਾ ਘਰ-ਬਾਰ ਚਲਾਉਣ ਦੇ ਕਾਬਲ ਤਾਂ ਹੋਣ ਬੱਚੇ। ਕਿਉਂਕਿ ਇਹ ਚੀਜ਼ਾਂ ਬੱਚਿਆਂ ਨੂੰ, ਜਿਹੜੇ ਬੱਚੇ ਪੜ੍ਹੇ ਲਿਖੇ ਆ ਸਾਰੇ ਤਕਰੀਬਨ ਡਿਪਰੈਸ਼ਨ 'ਚ ਜਾ ਰਹੇ, ਸਿਰਫ ਇਹਨਾਂ ਕਾਰਨਾਂ ਦੇ ਕਰਕੇ। ਬੰਦਾ ਪੜ੍ਹ ਰਿਹਾ ਆ, ਉਹਨੂੰ ਆਲੇ ਦੁਆਲੇ ਦਾ ਉਹਦਾ ਮਾਹੌਲ ਕਹਿ ਰਿਹਾ, ਬੰਦਾ ਘਰੋਂ ਨਿਕਲਦਾ ਅਗਰ ਜਾਣੀ ਕਿ 1 ਕਿਲੋਮੀਟਰ ਵੀ ਤੁਰ ਕੇ ਜਾਂਦਾ ਨਾ, ਉਹਨੂੰ ਰਸਤੇ 'ਚ 20 ਬੰਦੇ ਟੱਕਰਦੇ ਨੇ। ਅੱਛਾ ਫਿਰ ਹੁਣ ਕੀ ਕਰਦੇ ਹੋ? ਇਹ ਸਵਾਲ ਸਾਰਿਆਂ ਦਾ ਜਾਣੀ ਨਾਰਮਲ ਹੀ ਹੁੰਦਾ। ਅਗਰ ਬੰਦਾ ਕੰਮ ਤੇ ਹੋਏਗਾ, ਬੰਦਾ ਕਹਿ ਦਿੰਦਾ ਵੀ ਜਾਣੀ ਕਿ ਮੈਂ ਆਹ ਜੌਬ ਕਰ ਰਿਹਾ। ਅਗਰ ਬੰਦੇ ਦੇ ਕੋਲ ਕੰਮ ਹੀ ਨਹੀਂ ਹੈ, ਉਹਦਾ ਜਵਾਬ ਕੀ ਹੋਏਗਾ? ਮੈਂ ਕੁਝ ਵੀ ਨਹੀਂ ਕਰ ਰਿਹਾ। ਇਹ ਚੀਜ਼ਾਂ ਬਾਰ-ਬਾਰ ਸਵਾਲ ਜਿਹੜਾ ਕਰਨਾ, ਸਾਹਮਣੇ ਆਉਣਾ, ਉਹ ਡਿਪਰੈਸ਼ਨ ਦਾ ਕਾਰਨ ਬਣ ਰਿਹਾ। ਯੂਥ ਜਿਹੜਾ ਆ ਥੱਲੇ ਨੂੰ ਜਾ ਰਿਹਾ, ਕਿਉਂਕਿ ਉਹਨਾਂ ਦੇ ਕੋਲ ਕੰਮ ਨਹੀਂ ਹੈ। ਲੋਕੀ ਸੋਚ ਪਾਗਲ ਹੋ ਰਹੇ ਘਰਾਂ ਦੇ ਵਿੱਚ ਬੈਠੇ। ਬਾਈ ਜੀ ਤੁਸੀਂ ਕਹਿ ਰਹੇ ਸੀ ਕੁਝ, ਕੀ ਕਹਿਣਾ ਚਾਹ ਰਹੇ ਸੀ? ਨਹੀਂ, ਮੈਂ ਕਹਿ ਰਿਹਾ ਜਲੰਧਰ ਦੇ ਲਾਗੇ ਇੱਕ ਪਿੰਡ ਆ, ਉੱਥੋਂ ਦੇ ਨੌਜਵਾਨਾਂ ਨੇ ਇਕੱਠੇ ਹੋ ਕੇ ਜਾਂ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਮੈਨੀਫੈਸਟੋ ਤਿਆਰ ਕੀਤਾ। ਮੈਨੀਫੈਸਟੋ ਸਰਕਾਰਾਂ ਨਾਲ ਤਿਆਰ ਕਰਨ, ਮੈਨੀਫੈਸਟੋ ਲੋਕਤੰਤਰੀ ਢੰਗ ਦੇ ਨਾਲ, ਜਨਰਲ ਬੋਡੀ ਮੀਟਿੰਗ ਕਹਿੰਦੇ, ਜਿਹਨੂੰ GVM ਕਹਿੰਦੇ ਆ, ਜਨਰਲ ਬੋਡੀ ਮੀਟਿੰਗ ਹੋਵੇ, ਭਾਵੇਂ ਪਿੰਡਾਂ ਦੀਆਂ ਸਭਾਵਾਂ ਹੋਣ, ਇਕੱਠੀਆਂ ਕਰਕੇ ਮੈਨੀਫੈਸਟੋ MLA ਨੂੰ, ਚਾਹੇ ਉਹ MLA ਆ, ਚਾਹੇ ਉਹ MP ਆ, ਚਾਹੇ ਉਹ CM ਆ, ਉਹਨਾਂ ਤੱਕ ਇਹ ਮੈਨੀਫੈਸਟੋ ਲੋਕਾਂ ਦੇ ਆਪ ਹੋਣੇ ਚਾਹੀਦੇ। ਦੂਜੀ ਗੱਲ ਭਾਜੀ, ਆਪਾਂ ਨਾ ਸਾਰੇ ਦੇ ਵਿੱਚ ਇੱਕ ਚੀਜ਼ ਹੋ ਰਹੀ ਆ ਕਿ 2 ਚੀਜ਼ਾਂ ਮਸਟ ਆ, ਇੱਕ ਸਿੱਖਿਆ, ਇੱਕ ਹੈਲਥ। ਇਹ ਦੋਨਾਂ ਦੇ ਉੱਤੇ ਪੂਰਾ ਜ਼ੋਰ ਮੇਰੀ ਅਪੀਲ ਆ, ਇਹ ਹੱਥ ਬੰਨ੍ਹ ਕੇ ਕਿ ਇਹ ਜ਼ਰੂਰੀ ਹੋਣੀਆਂ ਚਾਹੀਦੀਆਂ, ਕਿਉਂਕਿ ਸਿੱਖਿਆ ਦੇ ਨਾਲ ਸਾਨੂੰ ਇਹ ਪਤਾ ਲੱਗਦਾ ਸਾਡੀ ਲੁੱਟ ਕਿੱਥੋਂ ਹੋ ਰਹੀ ਆ। ਜੇ ਸਿਹਤ ਹੋਊਗੀ ਤੇ ਅਸੀਂ ਆਪਣੇ ਆਪ ਕੰਮ ਕਰਨ ਦੇ ਸક્ષਮ ਹੋਵਾਂਗੇ। ਵੱਡੀ ਗੱਲ ਇਹ ਆ। ਬਿਲਕੁਲ ਜੀ, ਜਨਰਲ ਵੋਟਿੰਗ ਮੀਟਿੰਗ ਦੀ ਤੁਸੀਂ ਮੰਗ ਕੀਤੀ ਹੈ, ਕਿਉਂਕਿ ਜ਼ਰੂਰਤ ਵੀ ਹੈ ਕਿਤੇ ਨਾ ਕਿਤੇ। ਲੋਕਤਾਂਤਰਿਕ ਢਾਂਚਾ, ਜਦ ਤੱਕ ਲੋਕ ਨਹੀਂ ਆਪਣੇ ਮੁੱਦੇ ਚੁਣਨਗੇ ਤਾਂ ਸਰਕਾਰਾਂ ਕੰਮ ਕਿਸ ਤਰ੍ਹਾਂ ਕਰਨਗੀਆਂ? ਮੋਦੀ ਸਾਹਿਬ ਦੀ ਹੁਣ 3-4 ਰੈਲੀਆਂ ਨੇ, ਅੱਗੇ ਪੰਜਾਬ ਵੱਲ ਮੂੰਹ ਨਹੀਂ ਸੀ ਕਰਦੇ, ਹੁਣ ਮੋਦੀ ਸਾਹਿਬ ਮੂੰਹ ਕਰਦੇ, ਜਿਹੜਾ ਪੰਜਾਬ ਨੂੰ ਦੇਖ ਕੇ ਰਾਜੀ ਨਹੀਂ ਸੀ। ਤੇ ਤੁਸੀਂ ਦੇਖੋ ਕਿ ਜਲੰਧਰ ਹਾਈਵੇ, ਅੱਜ ਤੁਸੀਂ ਆਏ ਹੋਣੇ ਆ, ਕਿੰਨੇ ਹਾਈਵੇ ਬੰਦ ਆ। ਪਠਾਨਕੋਟ ਹਾਈਵੇ, ਪਠਾਨਕੋਟ ਆਇਆ ਹੋਇਆ, ਤੇ ਲੋਕਾਂ ਨੂੰ ਦਰੜ ਕੇ ਮਸਲ ਕੇ ਤੁਸੀਂ ਜਾ ਰਹੇ ਹੋ, ਕੰਮ ਤੇ ਜਾ ਨਹੀਂ ਸਕਦਾ, ਸਾਰਿਆਂ ਦੇ ਕੰਮ ਰੁਕ ਗਏ, ਰੋਡ ਤੋਂ ਚੜ੍ਹ ਨਹੀਂ ਸਕਦੇ। ਆਮ ਆਵਾਮ ਦਾ ਹਾਲ ਦੇਖੋ ਕੀ ਆ। ਇਹ ਤਾਂ ਸ਼ਾਹੀ ਜ਼ਿੰਦਗੀ, ਰਾਜਾਸ਼ਾਹੀ ਹੈ ਕਿ ਡਿਕਟੇਟਰਸ਼ਿਪ ਹੈ, ਹੋਰ ਕੁਝ ਨਹੀਂ ਹੋ। ਇਹ ਇੱਕ ਚਿਹਰਾ ਬਦਲਦਾ ਦੂਜਾ ਲੱਗ ਜਾਂਦਾ ਆ। ਇਹ ਪਿਛਲੇ 70 ਸਾਲਾਂ ਤੋਂ ਉੱਤੇ, 70-75 ਸਾਲਾਂ ਤੋਂ ਧਰਮ ਦੀ ਤੇ ਜਾਤ ਦੀ, ਪਹਿਲਾਂ ਧਰਮ ਦਾ ਬੋਲਬਾਲਾ ਸੀ, ਹੁਣ ਜਾਤ ਦਾ ਬੋਲਬਾਲਾ। ਜਿਵੇਂ ਹੁਣ ਆਮ ਹੀ ਦਲਤ ਪੱਟਾ ਖੇਡਿਆ ਜਾ ਰਿਹਾ, ਆਹ ਪੱਤਾ ਖੇਡਿਆ ਜਾ ਰਿਹਾ। ਇਹ ਵਾਟ ਇਜ਼ ਦਿਸ ਯਾਰ? ਅਸੀਂ ਪੱਤੇ ਨਹੀਂ ਖੇਡਣ। ਅਸੀਂ ਲੋਕਾਂ ਨੂੰ ਬੇਵਕੂਫ ਨਾ ਬਣਾਵੋ, ਲੋਕਾਂ ਨੂੰ ਕੁਝ ਕਰਕੇ ਦਿਖਾਵੋ। ਲੋਕਾਂ ਦੇ ਕੁਝ ਛੋਟੇ ਮਸਲੇ ਨੇ, ਬਹੁਤੇ ਨਹੀਂ, ਐਜੂਕੇਸ਼ਨ ਦਾ, ਹੈਲਥ ਦਾ ਤੇ ਰੁਜ਼ਗਾਰ ਦਾ। ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਆ। ਹੋਰ ਤਾਂ ਸਾਡੀ ਕੋਈ ਅਪੀਲ ਨਹੀਂ, ਸਾਡੀ ਕੋਈ। ਲੋਕਾਂ ਨੂੰ ਦਲਿਤ ਮੁੱਖ ਮੰਤਰੀ ਨਹੀਂ ਚਾਹੀਦਾ, ਲੋਕਾਂ ਨੂੰ ਉਹ ਮੁੱਖ ਮੰਤਰੀ ਚਾਹੀਦਾ ਜੋ ਸੂਬੇ ਦੇ ਲੋਕਾਂ ਦਾ ਕੰਮ ਸਵਾਰੇ, ਜੋ ਸੂਬੇ ਦੇ ਪਿੰਡਾਂ ਦਾ ਵਿਕਾਸ ਕਰੇ। ਤੋ ਮੰਨਦੇ ਹੋ ਇਸ ਗੱਲ ਨੂੰ ਕਿ ਲੁੱਟ ਹੋ ਰਹੀ ਹੈ, ਕਸੁੱਟ ਹੋ ਰਹੀ ਹੈ, ਨੌਜਵਾਨਾਂ ਨੂੰ ਨੌਕਰੀ ਨਹੀਂ ਮਿਲ ਰਹੀ, ਬੇਰੁਜ਼ਗਾਰ ਤੁਰੇ ਫਿਰਦੇ ਨੇ? ਉਹ ਬੰਦਾ ਚਾਹੀਦਾ ਜਿਹੜਾ ਕਿ ਹਾਲ ਘਰ ਦੇ ਵਿੱਚ ਇੱਕ ਬੰਦਾ ਸਾਥ ਦਿੱਤੇ ਹੋਵੇ।
ਨੌਕਰੀ ਤੇ ਹੋਵੇ, ਦੂਜਾ ਬੰਦਿਆਂ ਦੀ ਸਿਹਤ ਹੋਵੇ, ਉਹਨਾਂ ਨੂੰ ਜਿਹੜੇ ਥੋੜ੍ਹੇ ਬੜੇ ਲਿਖੇ ਉਹਨਾਂ ਨੂੰ ਰੁਜ਼ਗਾਰ ਮਿਲਣਾ ਚਾਹੀਦਾ, ਉਹਨਾਂ ਲਈ ਫੈਕਟਰੀਆਂ ਲੱਗਣੀਆਂ ਚਾਹੀਦੀਆਂ, ਜਿਹੜੇ ਲੋਕ ਬਾਹਰ ਜਾਂਦੇ ਆ ਉਹਨਾਂ ਵਾਸਤੇ ਇੱਥੇ ਹਿੰਦੁਸਤਾਨ ਦੇ ਵਿੱਚ ਸਹੂਲਤਾਂ ਹੋਣੀਆਂ ਚਾਹੀਦੀਆਂ। ਠੀਕ ਹੈ ਜੀ। ਸੋ ਕਹਿੰਦੇ ਕਿ ਰੁਜ਼ਗਾਰ ਜਿਹੜਾ ਉਹ ਮਿਲਣਾ ਚਾਹੀਦਾ ਹੈ। ਬਾਈ ਜੀ ਤੁਸੀਂ ਦੱਸ ਦਿਓ, ਹਾਂਜੀ ਤੁਸੀਂ ਕਹਿਣਾ ਚਾਹੁੰਦੇ ਕੁਝ? 190 ਰੁਪਏ ਦਿਹਾੜੀ ਚੱਲਦੀ ਆ ਨਰੇਗਾ ਵਾਲਿਆਂ ਦੀ, 190 ਨੂੰ ਕੀ ਕਰੂਗਾ ਉਹ? ਜਿਹੜੇ ਬੰਦੇ 10 ਜੀ ਖਾਣ ਵਾਲੇ ਆ 190 ਨੂੰ ਕੀ ਕਰੂਗਾ? ਫਿਰ ਕਹਿੰਦੇ ਕੰਨਿਆ ਸਕੀਮ ਦਿੰਦੇ ਆ ਜਾਂ ਦਾਣੇ ਦਿੰਦੇ ਆ। ਸਾਨੂੰ ਨਾ ਕੋਈ ਦਾਣੇ ਚਾਹੀਦੇ ਨਾ ਕੋਈ ਸਕੀਮ ਚਾਹੀਦੀ ਆ, ਸਾਨੂੰ ਚਾਹੀਦੀ ਨੌਕਰੀ ਘਰ ਪਰਤੀ, ਹੋਰ ਕੁਛ ਨਹੀਂ ਚਾਹੀਦਾ। ਜੇ ਤਾਂ ਦੇ ਸਕਦੇ ਠੀਕ ਹੈ, ਜਿੱਥੇ ਬੈਠੇ ਉੱਥੇ ਤਾਂ ਬੈਠੇ ਆ ਜੀ। ਇੱਕ ਬੰਦੇ ਦੀ ਨੌਕਰੀ ਮਾਰ ਕੇ ਕਿਤੇ ਮਿਲਦੇ ਨੇ ਦਾਣੇ? ਹਾਂਜੀ, ਨਹੀਂ ਨੌਕਰੀ ਸਾਨੂੰ ਦਾਣੇ ਚਾਹੀਦੇ ਨਹੀਂ, ਨਾ ਹੋਰ ਕੁਛ ਚਾਹੀਦਾ, ਸਾਨੂੰ ਨੌਕਰੀ ਚਾਹੀਦੀ ਘਰ ਪਰਤੀ। ਬਾਈ ਜੀ ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਪਰਮਜੀਤ ਸਿੰਘ ਹੈ ਜੀ। ਦਿਹਾੜੀ ਚੱਲਦੀ ਹੁਣ ਕੀ ਕਰਾਂਗੇ ਅਸੀਂ? ਕਿੰਨੀ ਦਿਹਾੜੀ? 190 ਰੁਪਏ। ਜਿਹੜਾ 10 ਜੀ ਖਾਣ ਵਾਲੇ ਉਹ 190 ਨੂੰ ਕੀ ਕਰੂਗਾ? ਮੰਨਦੇ ਹੋ ਕਿ ਸੂਬੇ ਦੇ ਵਿੱਚ ਬਹੁਤ ਵੱਡੀ ਘਾਟ ਹੈ, ਤਰਾਸਦੀ ਹੈ, ਨੌਜਵਾਨ ਬੇਰੁਜ਼ਗਾਰ ਘੁੰਮ ਰਹੇ ਨੇ, ਜੇਬਾਂ ਖਾਲੀ ਨੇ, ਘਰ ਦੇ ਵਿੱਚ ਜੇਕਰ ਬਜ਼ੁਰਗ ਹੈ ਕੋਈ ਉਸ ਨੂੰ ਦਵਾਈ ਦੀ ਲੋੜ ਹੈ ਉਸ ਦੇ ਵੀ ਪੈਸੇ ਨਹੀਂ ਹੁੰਦੇ ਕਈ ਵਾਰ ਜੇਬ ਦੇ ਵਿੱਚ। ਦੇਖੋ ਸਰ, ਪਹਿਲਾਂ ਤਾਂ ਮੈਂ ਇਸ ਚੈਨਲ ਦੇ ਵੱਲੋਂ ਤੁਸੀਂ ਨੁਮਾਇੰਦਿਆਂ ਦੇ ਤੌਰ ਤੇ ਸਾਡੇ ਨਗਰ ਦੇ ਵਿੱਚ ਆਏ ਹੋ, ਮੈਂ ਜੀ ਆਇਆਂ ਆਖਦਾ, ਧੰਨਵਾਦ ਵੀ ਕਰਦਾ ਕਿ ਤੁਸੀਂ ਪਬਲਿਕ ਦੇ ਵਿੱਚ ਵਿਚਰ ਕੇ ਉਹਨਾਂ ਦੀਆਂ ਮੁਸ਼ਕਲਾਂ ਨੂੰ ਸੁਣ ਕੇ ਔਰ ਆਪਣੇ ਚੈਨਲ ਦੇ ਜ਼ਰੀਏ ਤੁਸੀਂ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ, ਤਾਂ ਬਹੁਤ ਬਹੁਤ ਧੰਨਵਾਦ। ਸੋ ਜਿਹੜੀ ਗੱਲ ਚੱਲਦੀ ਪਈ ਆ ਬੇਰੁਜ਼ਗਾਰੀ ਦੀ, ਖਾਸ ਕਰਕੇ ਨਵੀਂ ਜਨਰੇਸ਼ਨ ਜਿਹੜੀ ਆ, ਕਿਉਂਕਿ ਰੁਜ਼ਗਾਰ ਦਾ ਮੁੱਦਾ ਤਾਂ ਪਹਿਲ ਦੇ ਆਧਾਰ 'ਤੇ ਹੈ ਹੀ ਹੈ, ਕਿਉਂਕਿ ਸਾਰੇ ਵੀਰਾਂ ਨੇ ਇੱਕ ਦੋ ਗੱਲਾਂ ਸਾਂਝੀਆਂ ਕੀਤੀਆਂ ਹੈਲਥ ਦੇ ਤੌਰ 'ਤੇ, ਬੇਰੁਜ਼ਗਾਰੀ ਦੇ ਤੌਰ 'ਤੇ। ਜਿੱਦਾਂ ਭਾਈ ਸਾਹਿਬ ਹੁਣੀ ਕਹਿੰਦੇ ਆ ਕਿ ਸਾਨੂੰ ਦਾਣਾ ਆਟਾ ਦਾਣਾ ਬਿਲਕੁਲ ਨਹੀਂ ਚਾਹੀਦਾ, ਸਾਨੂੰ ਚਾਹੀਦਾ ਰੁਜ਼ਗਾਰ। ਇਹ ਗੱਲ ਸਹੀ ਆ, ਇਸ ਗੱਲ ਦੇ ਨਾਲ ਅਸੀਂ ਵੀ ਐਗਰੀ ਹੈਗੇ ਆ ਕਿ ਦਾਣੇ ਭਾਵੇਂ 20 ਦੀ ਬਜਾਏ 30 ਰੁਪਏ ਮੁੱਲ ਮਿਲ ਜਾਣ, ਪਰ ਜਿਹੜੇ ਨੌਜਵਾਨ ਸਾਥੀ ਆ ਇਹਨਾਂ ਨੂੰ ਰੁਜ਼ਗਾਰ ਮਿਲੇਗਾ, ਤਨਖਾਹਾਂ ਮਿਲਣਗੀਆਂ, ਉਹ ਆਪਣੇ ਲੈ ਕੇ ਖਾਣਗੇ। ਕਿਉਂਕਿ ਇਹ ਤਾਂ ਸਰਕਾਰਾਂ ਨੇ ਇੱਦਾਂ ਦੀਆਂ ਸਹੂਲਤਾਂ ਦੇ ਕੇ ਨੌਜਵਾਨਾਂ ਨੂੰ ਸਮਾਂ ਨਿਕੰਮੇ ਬਣਾ ਦਿੱਤਾ ਆ, ਉਧਰ ਨੂੰ ਸੋਚ ਜਾਣ ਹੀ ਨਹੀਂ ਦੇਣ ਦੇ ਕਿ ਬਸ ਕਹਿੰਦੇ ਕਿ ਇੱਥੇ ਕਿ ਹੀ ਟਿਕੇ ਰਹੋ ਤੇ ਬਈ ਤੁਸੀਂ ਉੱਪਰ ਨੂੰ ਨਾ ਦੇਖੋ। ਬਾਕੀ ਮੈਂ ਕਿਸੇ ਪਾਰਟੀ ਦੀ ਵਿਰੋਧਤਾ ਨਹੀਂ ਕਰਦਾ, ਨਾ ਹੱਕ ਜੋ ਹੈ ਨਾ ਸਰਕਾਰ ਦੀ ਵਿਰੋਧਤਾ ਕਰਦਾ। ਇਹ ਠੀਕ ਆ ਕਿ ਸਰਕਾਰਾਂ ਆਪਣੇ ਤੌਰ 'ਤੇ ਜੋ ਵੀ ਵੋਟਰਾਂ ਨੂੰ ਉਲਝਾਉਣ ਦੀ ਜਾਂ ਫਸਾਉਣ ਦੀ ਕੋਸ਼ਿਸ਼ ਕਰਦੀਆਂ, ਤੇ ਮੈਂ ਤਾਂ ਕਹਿੰਦਾ ਜਿੱਦਾਂ ਕਿ ਅੱਜ ਜਿੰਨੇ ਕੁ ਸੱਜਣ ਖੜੇ ਆ, ਜਾਂ ਤੁਸੀਂ ਵੀ ਸ਼ਾਇਦ ਫੋਰਨ ਦੇ ਵਿੱਚ ਗੇੜੀ ਮਾਰੀ ਹੋਊਗੀ ਜਾਂ ਹੋਰ ਵੀ ਕਿਸੇ ਨੂੰ ਵੀ ਗੇੜੀ ਮਾਰੀ ਹੋਏਗੀ, ਫੋਰਨ ਦੇ ਵਿੱਚ ਸਿਰਫ ਕੁਝ ਗੱਲਾਂ ਨੂੰ ਤਰਜੀਹ ਦਿੱਤੀ ਜਾਂਦੀ ਆ, ਇੱਕ ਇਨਸਾਨੀਅਤ ਨੂੰ, ਇੱਕ ਐਜੂਕੇਸ਼ਨ ਨੂੰ ਤੇ ਇੱਕ ਰੁਜ਼ਗਾਰ ਨੂੰ। ਉਹਦੇ ਵਿੱਚ ਕੀ ਆ ਕਿ ਸਰਕਾਰਾਂ ਉੱਥੇ ਦੀਆਂ ਜਿਹੜੀਆਂ ਕਿ ਬੰਦਾ ਜਿਹੜਾ ਆ ਬਿਮਾਰ ਹੁੰਦਾ ਹੈ, ਜੇ ਫੋਨ ਕਰਦਾ, ਕਾਲ ਕਰਦਾ, ਹਸਪੀਟਲ ਨੂੰ ਕਰਦਾ, ਐਂਬੂਲੈਂਸ ਫਟ ਆਉਂਦੀ ਆ, ਉਹਨੂੰ ਚੱਕ ਕੇ ਹਸਪੀਟਲ ਲੈ ਜਾਂਦੀ ਆ। ਉੱਥੇ ਦਾ ਸਿਸਟਮ ਜਿਹੜਾ ਆ ਉਹ ਜਾਣੀ ਕਿ ਇਨਸਾਨੀਅਤ ਨੂੰ ਪਹਿਲ ਦਿੰਦੇ ਆ, ਜਾਣੀ ਕਿ ਜਿੱਥੇ ਇੱਥੇ ਦੀ ਆਪਾਂ ਇੰਡੀਆ ਦੀ ਗੱਲ ਕਰੀਏ ਤਾਂ ਇੱਥੇ ਕਹਿੰਦੇ ਇੰਨਾ ਪੈਸਾ ਜਮ੍ਹਾਂ ਕਰੋ ਤੇ ਤੁਹਾਡੇ ਪੇਸ਼ੈਂਟ ਨੂੰ ਅਸੀਂ ਹੱਥ ਪਾਈਏ ਤੇ ਟ੍ਰੀਟਮੈਂਟ ਸ਼ੁਰੂ ਕਰੀਏ। ਸੋ ਵੇਖਿਆ ਤੁਸੀਂ ਕਿਸ ਤਰ੍ਹਾਂ ਹੁਣ ਪੰਜਾਬ ਦਾ ਵੋਟਰ ਜਾਗਰੂਕ ਹੋ ਗਿਆ। ਹੁਣ ਪੰਜਾਬ ਦਾ ਵੋਟਰ ਦਾਣਿਆਂ ਲਈ ਵੋਟ ਨਹੀਂ ਪਾਉਣ ਲੱਗਿਆ, ਹੁਣ ਰੁਜ਼ਗਾਰ ਦੀ ਮੰਗ ਕੀਤੀ ਜਾ ਰਹੀ ਹੈ। ਸੂਬੇ ਦੇ ਵਿੱਚ ਬੇਰੁਜ਼ਗਾਰੀ ਵੱਧ ਰਹੀ ਹੈ, ਨਸ਼ਿਆਂ ਵੱਲ ਨੌਜਵਾਨਾਂ ਦਾ ਰੁਝਾਨ ਵੱਧ ਰਿਹਾ ਹੈ, ਇਸ ਦੇ ਵਿੱਚ ਕੋਈ ਦੁਰਾਈ ਨਹੀਂ ਹੈ। ਸੋ ਲਗਾਤਾਰ ਲੋਕਾਂ ਦੇ ਵਿੱਚ ਵਿਚਰਿਆ ਜਾ ਰਿਹਾ, ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਸਲ ਮੁੱਦੇ ਕਿਹੜੇ ਨੇ ਜਿਨ੍ਹਾਂ ਦੇ ਉੱਤੇ ਚੋਣਾਂ ਹੋਣੀਆਂ ਚਾਹੀਦੀਆਂ ਨੇ। ਸੋ 2022 ਦੀਆਂ ਵਿਧਾਨ ਸਭਾ ਚੋਣਾਂ 20 ਫਰਵਰੀ ਨੂੰ ਹੋਣ ਜਾ ਰਹੀਆਂ ਨੇ, 10 ਮਾਰਚ ਨੂੰ ਨਤੀਜੇ ਐਲਾਨੇ ਜਾਣਗੇ। ਵੇਖਣ ਵਾਲੀ ਗੱਲ ਇਹ ਹੈ ਕਿ ਆਮ ਲੋਕਾਂ ਦੇ ਮੁੱਦੇ ਕਿਹੜੀ ਪਾਰਟੀ ਵਿਚਾਰਦੀ ਹੈ ਤੇ ਕਿਹੜੀ ਪਾਰਟੀ ਆਮ ਲੋਕਾਂ ਦੇ ਮੁੱਦੇ ਕੰਮ ਕਰੂਗੀ, ਮੁੱਦਿਆਂ ਦੇ ਉੱਤੇ ਤੇ ਲੋਕਾਂ ਨੂੰ ਖੁਸ਼ ਕਰੂਗੀ। ਸੋ ਇਹਨਾਂ ਸ਼ਬਦਾਂ ਦੇ ਨਾਲ ਦਿਓ ਇਜਾਜ਼ਤ। ਵੇਖਦੇ ਰਹੋ ਵਿਜ਼ਨ ਪੰਜਾਬ ਟੀਵੀ, ਹਰ ਕਦਮ ਤੁਹਾਡੇ ਨਾਲ।